पर सब तो पहला सिख राज 1621 ਵਿੱਚ ਕਾਇਮ ਹੋਇਆ ਸੀ। ਉਹ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ 1621 ਵਿੱਚ ਮੁਗਲਾਂ ਦੇ ਅਗੇਂਸਟ ਪਹਿਲੀ ਜੰਗ ਜਿਹੜੀ ਜਿੱਤੀ ਸੀ। ਹੁਣ ਜਿਹੜਾ ਵਾ ਸਾਡੇ ਤੇ ਜਿਹੜਾ ਕੰਮ ਆ, ਸਾਡੇ ਮੋਢਿਆਂ ਦੇ ਭਾਰ ਆ ਵੀ ਖਾਲਸਤਾਨ ਨੂੰ ਬਣਾਉਣਾ ਵਾ ਤੇ ਫਿਊਚਰ ਇਹ ਆ ਕਿ ਖਾਲਸਾ ਰਾਜ ਤੋਂ ਬਗੈਰ ਸਿੱਖਾਂ ਦੇ ਅਧਿਕਾਰ ਨਹੀਂ ਮਿਲ ਸਕਦੇ। ਅਸੀਂ ਕਹਿੰਦੇ ਪੰਜਾਬ ਪੰਜਾਬੀਆਂ ਦਾ ਦੇਸ਼ ਆ, ਸਾਰੇ ਪੰਜਾਬੀਆਂ ਨੂੰ ਆਜ਼ਾਦੀ ਮਿਲੇਗੀ, ਸਾਰੇ ਪੰਜਾਬੀਆਂ ਨੂੰ ਇੱਕੋ ਜਿਹੇ ਹੱਕ ਮਿਲਣਗੇ ਤੇ ਸਾਡੇ ਕੁਦਰਤੀ ਸੋਮੇ ਜਿਹੜੇ ਨੇ ਸਾਡੇ ਕੰਟਰੋਲ ਥੱਲੇ ਆਉਣਗੇ। ਵੀ ਜਿੰਨਾ ਚਿਰ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ, ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਕੋਈ ਵੀ ਹੱਕ ਨਹੀਂ ਮਿਲ ਸਕਦਾ। ਤੁਸੀਂ ਜਿੰਨਾ ਮਰਜ਼ੀ ਇੰਡੀਆ ਦੇ ਮੰਨ ਜਾਓ, ਜਿੰਨਾ ਚਿਰ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਤੁਹਾਡੇ ਹੱਕ ਨਹੀਂ ਦੇ ਮਿਲਣੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਰੁਕ ਸਕਦੀ। ਕੈਨੇਡਾ ਦੇ ਵਿੱਚ 2 ਰੈਫਰੈਂਡਮ ਹੋਇਆ, ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ, ਕਿਸੇ ਨੂੰ ਯੂਰਪ ਥੱਲੇ ਨਹੀਂ ਅੰਦਰ ਕੀਤਾ ਗਿਆ। ਜਿਸ ਤਰ੍ਹਾਂ ਕਿ ਸਕਾਟਿਸ਼ ਲੋਕਾਂ ਨੇ UK ਤੋਂ ਵੱਖਰਾ ਹੋਣ ਵਾਸਤੇ ਰੈਫਰੈਂਡਮ ਕਰਾਇਆ, ਕਿਸੇ ਨੂੰ ਨਹੀਂ ਜੇਲ੍ਹ 'ਚ ਨਹੀਂ ਬੰਦ ਕੀਤਾ ਗਿਆ, ਕਿਸੇ ਨੂੰ ਨਹੀਂ ਡਾਂਗਾਂ ਮਾਰੀਆਂ ਗਈਆਂ, ਕਿਸੇ ਨੂੰ ਟੌਰਚਰ ਕੀਤਾ ਗਿਆ। ਵੀ ਜਦੋਂ ਅਸੀਂ ਆਪਣੇ ਹੱਕ ਮੰਗਦੇ ਹਾਂ ਤੇ ਸਾਡੇ ਤੇ ਯੂਰਪ ਲਾ ਕੇ ਕਈ ਸਾਲ ਤੁਹਾਨੂੰ ਅੰਦਰ ਕੀਤਾ ਜਾਂਦਾ ਵਾ ਤੇ ਯੂ ਹੈਵ ਨੋ ਐਕਸੈਸ ਟੂ ਲਾ। ਗੁਰੂ ਪਿਆਰੇ ਸਾਧ ਸੰਗਤ ਜੀ, ਗੱਜ ਵੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਆਪਾਂ ਬਹੁਤ ਚਿਰ ਤੋਂ ਖਾਲਸਤਾਨ ਦੀ ਗੱਲਬਾਤ ਕਰਦੇ ਆ ਰਹੇ ਹਾਂ। ਥੋੜਾ ਜਿਹਾ ਮੈਂ ਤੁਹਾਨੂੰ ਹਿਸਟਰੀ ਦੇ ਨਾਲ ਜੋੜਨਾ ਚਾਹੁੰਦਾ ਵਾਂ ਵੀ ਖਾਲਿਸਤਾਨ ਦੀ ਗੱਲ ਭਾਵੇਂ ਕਿ 1984 ਤੋਂ ਬਹੁਤ ਜ਼ਿਆਦਾ ਵੱਧ ਗਈ, ਪਰ ਸਭ ਤੋਂ ਪਹਿਲਾਂ ਸਿੱਖ ਰਾਜ 1621 ਵਿੱਚ ਕਾਇਮ ਹੋਇਆ ਸੀ। ਉਹ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ 1621 ਵਿੱਚ ਮੁਗਲਾਂ ਦੇ ਅਗੇਂਸਟ ਪਹਿਲੀ ਜੰਗ ਜਿਹੜੀ ਜਿੱਤੀ ਸੀ। ਔਰ ਸ੍ਰੀ ਹਰਗੋਬਿੰਦ ਸਾਹਿਬ ਜਿਹੜੇ ਸੀ ਉਹਨਾਂ ਨੂੰ ਗੁਰਗੱਦੀ 11 ਸਾਲ ਦੀ ਉਮਰ ਵਿੱਚ 1606 ਵਿੱਚ ਮਿਲੀ ਸੀ ਤੇ ਉਹਨਾਂ ਨੇ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਸੀ ਉਹ ਸ਼ੁਰੂ ਕੀਤਾ ਸੀ। ਤੇ ਉਹਦੇ ਬਾਰੇ ਆਪਾਂ ਅੱਜ ਬਾਹਰ ਜਿਹੜਾ ਇੱਕ ਸਪੈਸ਼ਲ ਪਲੇਟਫਾਰਮ ਬਣਾ ਕੇ ਖਾਲਸਤਾਨ ਦਾ ਝੰਡਾ ਲਹਿਰਾ ਰਹੇ ਹਾਂ, ਉਹਦੇ ਬਾਰੇ ਬਾਅਦ 'ਚ ਗੱਲ ਕਰਾਂਗੇ। ਜਦੋਂ ਸੱਜਣ ਜਰਨੈਲ ਸਿੰਘ ਜੀ ਭੰਡਾਰਾ ਨੇ ਇਹ ਐਲਾਨਨਾਮਾ ਕੀਤਾ ਸੀ ਕਿ ਜਦੋਂ ਹਿੰਦੁਸਤਾਨ ਦੀ ਗੌਰਮੈਂਟ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਤੇ ਸਿੱਖ ਰਾਜ ਦੀ ਨੀਂਹ ਰੱਖੀ ਜਾਏਗੀ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਉਹ ਨਹੀਂ ਰੱਖੀ ਗਈ ਤੇ ਉਹਦੇ ਬਾਰੇ 26 ਜਨਵਰੀ 1986 ਨੂੰ ਮਤਾ ਪਾਸ ਕੀਤਾ ਗਿਆ ਕਿ ਖਾਲਿਸਤਾਨ ਬਣਨਾ ਚਾਹੀਦਾ ਵਾ ਤੇ ਉਸ ਮਤੇ ਦਾ ਐਲਾਨਨਾਮਾ 29 ਅਪ੍ਰੈਲ 1986 ਉਸੇ ਸਾਲ ਹੋਇਆ। ਤੇ ਉਸ ਤੋਂ ਇੱਕ ਦਿਨ ਬਾਅਦ ਹਿੰਦੁਸਤਾਨ ਦੀ ਗੌਰਮੈਂਟ ਨੇ 1000 ਪੁਲਿਸ ਤੇ ਪੈਰਾਮਿਲਟਰੀ ਫੋਰਸ ਨਾਲ ਤੀਸਰਾ ਹਮਲਾ ਦਰਬਾਰ ਸਾਹਿਬ ਤੇ ਕੀਤਾ। ਪਹਿਲਾ ਸੀ 4 ਜੁਲਾਈ 1955 ਦੇ ਵਿੱਚ, ਜਦੋਂ ਕਿ ਸਿੱਖ ਪੰਜਾਬੀ ਸੂਬਾ ਮੰਗਦੇ ਸਨ, ਉਦੋਂ ਖਾਲਿਸਤਾਨ ਦੀ ਗੱਲ ਨਹੀਂ ਸੀ ਹੋ ਰਹੀ। ਤੇ ਦੂਜਾ ਸੀ ਜਦੋਂ ਕਿ 1984 ਜੂਨ ਦੇ ਵਿੱਚ ਹਮਲਾ ਹੋਇਆ, ਟੈਂਕਾਂ ਨਾਲ, ਤੋਪਾਂ ਨਾਲ, ਹੈਲੀਕਾਪਟਰਾਂ ਨਾਲ ਤੇ ਪਲਾਜ਼ਮਾ ਗੈਸ ਨਾਲ। ਹੁਣ ਜਿਹੜਾ ਇਹ ਵਰਕਰ ਹੈ, ਪਾਸਟ is very difficult to explain in few words. What's the present? As the present, what's the task at hand? What the future holds for us? At present, we just cannot talk about ਵੀ ਕੀ ਹੋਇਆ ਸਿੱਖਾਂ ਨਾਲ, ਤੁਹਾਨੂੰ ਸਾਰਿਆਂ ਨੂੰ ਪਤਾ ਵਾ। ਹੁਣ ਜਿਹੜਾ ਵਾ ਸਾਡੇ ਤੇ ਜਿਹੜਾ ਕੰਮ ਆ, ਸਾਡੇ ਮੋਢਿਆਂ ਦੇ ਭਾਰ ਆ ਵੀ ਖਾਲਿਸਤਾਨ ਨੂੰ ਬਣਾਉਣਾ ਵਾ ਤੇ ਫਿਊਚਰ ਇਹ ਆ ਵੀ ਖਾਲਸਾ ਰਾਜ ਤੋਂ ਬਗੈਰ ਸਿੱਖਾਂ ਦੇ ਅਧਿਕਾਰ ਨਹੀਂ ਮਿਲ ਸਕਦੇ। ਮੈਕਸ ਆਰਥਰ ਮਕੌਲਫ ਜਿਹੜਾ ਕਿ ਇੱਕ ਹਿਸਟੋਰੀਅਨ ਆ, ਉਹਨੇ 1903 ਵਿੱਚ ਕਿਹਾ ਸੀ ਵੀ ਸਿੱਖ ਧਰਮ ਜਿਹੜਾ ਵਾ ਹਿੰਦੂ ਧਰਮ ਦੇ ਕਬਜ਼ੇ ਵਿੱਚ ਆ ਰਿਹਾ ਵਾ, ਪਰ ਪੋਲੀਟੀਕਲ ਪਾਵਰ ਤੋਂ ਬਗੈਰ ਇਸ ਦਾ ਰਹਿਣਾ ਬੜਾ ਮੁਸ਼ਕਿਲ ਆ। ਖਾਲਿਸਤਾਨ ਉਹ ਪੋਲੀਟੀਕਲ ਪਾਵਰ ਆ ਜਿਹੜੀ ਕਿ ਤੁਹਾਨੂੰ ਚਾਹੀਦੀ ਆ ਵੀ ਜੇ ਤੁਸੀਂ ਆਪਣੇ ਅਧਿਕਾਰ, ਆਪਣੀ ਹੋਂਦ ਨੂੰ, ਆਪਣੀ ਆਇਡੈਂਟੀਟੀ ਨੂੰ, ਆਪਣੇ ਧਰਮ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਤੁਸੀਂ ਬਚਾਉਣਾ ਵਾ। ਇਸ ਕੰਮ ਵਾਸਤੇ ਇੰਡੀਪੈਂਡੈਂਸ ਰੈਫਰੈਂਡਮ, ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਜਿਹੜਾ ਵਾ ਉਹ ਪਿਛਲੇ ਸਾਲ 31 ਅਕਤੂਬਰ ਲੰਡਨ ਦੇ ਵਿੱਚ ਕੁਈਨ ਐਲਿਜ਼ਾਬੈਥ ਜਿਹੜੀ ਕਿ UK ਦੀ ਜਿਹੜੀ ਉਹਨਾਂ ਦੀ ਸੁਪਰੀਮ ਕੋਰਟ ਹੈ ਉਹਦੇ ਸਾਹਮਣੇ ਆ ਤੇ ਪਾਰਲੀਮੈਂਟ ਤੋਂ 2 ਬਲਾਕ ਦੂਰਿਆ, ਉੱਥੇ 35,000 ਤੁਹਾਡੇ ਭੈਣਾਂ ਦੇ ਭਰਾਵਾਂ ਨੇ ਆ ਕੇ ਵੋਟਾਂ ਪਾਈਆਂ। ਤੇ ਉਹਦਾ ਮਤਲਬ ਇਹ ਸੀ ਵੀ 3 ਹਫ਼ਤਿਆਂ ਬਾਅਦ
ਨਰਿੰਦਰ ਮੋਦੀ ਨੇ ਲੈਂਡ ਰਿਫਾਰਮ ਬਿੱਲ ਸੀ ਉਹ ਕੈਂਸਲ ਕਰਤੇ, ਦੇ ਵਰ ਅਨਲਡ। ਸੋ ਇਹ ਹੈ ਪਾਵਰ ਤੁਹਾਡੇ ਰੈਫਰੈਂਡਮ ਦੀ, ਇਹ ਹੈ ਪਾਵਰ ਤੁਹਾਡੀ ਕਲਮ ਦੀ। ਹੁਣ ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਜਿਹੜਾ ਵਾ, ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਕਮਿਸ਼ਨ ਦੇ ਥੱਲੇ ਉਹਨਾਂ ਦੀ ਅਗਵਾਈ ਥੱਲੇ ਕੀਤਾ ਜਾ ਰਿਹਾ ਵਾ, ਜਿਹਦੇ ਵਿੱਚ ਸਭ ਦੁਨੀਆ ਦੇ ਮਾਹਰ ਨੇ। ਕੋਈ ਬੈਲਟ ਦਾ ਮਾਰਿਆ, ਕੋਈ ਰੈਫਰੈਂਡਮ ਦਾ ਮਾਰਿਆ, ਕੋਈ ਆਜ਼ਾਦੀ ਦਾ ਮਾਰਿਆ, ਕੋਈ ਇੰਟਰਨੈਸ਼ਨਲ ਕੋਰਟ ਜਸਟਿਸ ਵਿੱਚ ਜਿਹੜੇ ਕੇਸ ਹੁੰਦੇ ਨੇ ਉਹਨਾਂ ਦਾ ਮਾਰਿਆ। ਸੋ ਇਹ ਜਿਹੜਾ ਰੈਫਰੈਂਡਮ ਹੋ ਰਿਹਾ ਵਾ, ਇਹ ਬੜੇ ਪੱਕੇ ਤਰੀਕੇ ਨਾਲ ਤੇ ਕਾਨੂੰਨੀ ਤਰੀਕੇ ਨਾਲ ਕੀਤਾ ਜਾ ਰਿਹਾ ਵਾ। ਅਸੀਂ ਕਹਿੰਦੇ ਪੰਜਾਬ ਪੰਜਾਬੀਆਂ ਦਾ ਦੇਸ਼ ਆ, ਸਾਰੇ ਪੰਜਾਬੀਆਂ ਨੂੰ ਆਜ਼ਾਦੀ ਮਿਲੇਗੀ, ਸਾਰੇ ਪੰਜਾਬੀਆਂ ਨੂੰ ਇੱਕੋ ਜਿਹੇ ਹੱਕ ਮਿਲਣਗੇ ਤੇ ਸਾਡੇ ਕੁਦਰਤੀ ਸੋਮੇ ਜਿਹੜੇ ਨੇ ਸਾਡੇ ਕੰਟਰੋਲ ਥੱਲੇ ਆਉਣਗੇ। ਇਸ ਦੇ ਨਾਲ ਨਾਲ ਥੋੜਾ ਜਿਹਾ ਹੋਰ ਵੇਖਿਆ ਜਾਏ ਤੇ ਪਹਿਲੀ ਵਾਰ ਜਦੋਂ ਕਿ 1955 ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਸਿੱਖ ਤੇ ਸਿਰਫ ਆਪਣਾ ਪੰਜਾਬੀ ਸੂਬਾ ਮੰਗਦੇ ਸੀ, ਉਹ ਤੇ ਖਾਲਸਤਾਨ ਦੀ ਗੱਲ ਨਹੀਂ ਸੀ ਕਰਦੇ। ਤੇ ਉਥੋਂ 200 ਸਿੱਖਾਂ ਨੂੰ ਉਸ ਦਿਨ ਮੌਤ ਦੇ ਘਾਟ ਉਤਾਰਿਆ ਗਿਆ, ਆਪਣਾ ਜੈਨੋਸਾਈਡ ਕੀਤਾ ਗਿਆ, ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ। ਬਲੈਕ ਡਰਕੋਨੀਅਨ ਰੂਲਸ, ਬੈਕ ਡਰਕੋਨੀਅਨ ਲਾਜ਼, ਜਿਹੜਾ ਕਿ ਯੂਆਪਾ, ਅਨਲॉफुल ਐਕਟੀਵਿਟੀ ਪ੍ਰੀਵੈਂਸ਼ਨ ਐਕਟ, ਟੈਰਰਿਸਟ ਐਕਟੀਵਿਟੀ ਡਿਟੈਂਸ਼ਨ ਪ੍ਰੀਵੈਂਸ਼ਨ ਐਕਟ ਤੇ ਪੋਟਾ, ਪੰਜਾਬ ਐਂਡ ਚੰਡੀਗੜ੍ਹ ਸਪੈਸ਼ਲ ਪਾਵਰਸ ਐਕਟ, ਸਪੈਸ਼ਲ ਕੋਡਸ ਐਕਟ, ਇਹ ਬਹੁਤ ਜ਼ਿਆਦਾ ਇੰਨੇ ਭਿਆਨਕ ਕਾਨੂੰਨ ਨੇ ਕਿ ਤੁਹਾਨੂੰ ਫੜ ਕੇ ਅੰਦਰ ਕੀਤਾ ਜਾਂਦਾ ਵਾ। ਤੇ ਇਹੋ ਹੀ ਕਾਨੂੰਨ ਸੀ ਜਿਹੜਾ ਕਿ ਇੰਡੀਆ ਦੇ ਲੋਕ ਪ੍ਰੋਟੈਸਟ ਕਰਦੇ ਸੀ ਵੀ ਸਾਡੇ ਤੇ ਬਲੈਕ ਡਰਕੋਨੀਅਨ ਲਾ ਲੱਗੇ ਹੋਏ ਨੇ, ਜਿਸ ਕਰਕੇ ਹਿੰਦੁਸਤਾਨ ਦੇ ਲੋਕਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ, ਉਸੇ ਕਰਕੇ ਹੀ ਅਸੀਂ ਪੰਜਾਬੀ ਤੇ ਸਿੱਖ ਜਿਹੜੇ ਆ, ਅਸੀਂ ਹਿੰਦੁਸਤਾਨ ਦੀ ਗਵਰਨਮੈਂਟ ਤੋਂ ਆਜ਼ਾਦੀ ਲੈਣਾ ਚਾਹੁੰਦੇ ਹਾਂ। ਕਿਉਂਕਿ 1947 ਵਿੱਚ ਜੋ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਤੋਂ ਮੁੱਕਰ ਗਏ। ਅਸੀਂ ਕਹਿੰਦੇ ਅਸੀਂ ਵੀ ਹੁਣ ਤੁਹਾਡੇ ਥੱਲੇ ਨਹੀਂ ਜਾਣਾ, ਕਿਉਂਕਿ ਤੁਸੀਂ ਮੁੱਕਰ ਗਏ ਜੇ। ਤੁਸੀਂ ਇਹਨਾਂ ਦੀ 1947 ਤੋਂ ਪਹਿਲਾਂ ਹੀ ਪਲਾਨ ਸੀ ਵੀ ਸਿੱਖਾਂ ਨੂੰ ਆਪੇ ਨਾਲ ਲਾ ਲਓ ਤੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡ ਦਿਓ ਤੇ ਦੂਜੇ ਪਾਕਿਸਤਾਨ ਤੇ ਹਮਲਾ ਕਰਕੇ ਉਹਨੂੰ ਆਜ਼ਾਦ ਕਰ ਦਿਓ ਤੇ ਸਿੱਖਾਂ ਨੂੰ ਤੇ ਕਬਜ਼ੇ ਤੇ ਨਾ ਕਰ ਹੀ ਲਿਆ ਸੀ। ਤੇ ਜਦੋਂ ਜਵਾਹਰ ਲਾਲ ਨਹਿਰੂ ਨੂੰ ਪੁੱਛਿਆ ਗਿਆ ਵੀ ਤੁਸੀਂ ਕਿਉਂ ਇੱਕਦਮ ਮੁੜ ਪਏ ਜੇ, 180 ਡਿਗਰੀ ਦਾ ਟਰਨ ਤੁਸੀਂ ਕਿਉਂ ਲਿਆ, ਉਹ ਕਹਿੰਦਾ ਮੈਂ ਆਪਣੇ ਦੁਸ਼ਮਣਾਂ ਦੇ ਹੱਥ ਵਿੱਚ ਤਾਕਤ ਕਿਸ ਤਰ੍ਹਾਂ ਦੇ ਸਕਦਾ ਵਾਂ, ਮੀਨਸ ਸਿੱਖਸ। ਖਾਲਸਾ ਜੀ ਇਹ ਸਮਝਣ ਦੀ ਲੋੜ ਆ, ਵਨਸ ਫਾਰ ਆਲ, ਜਿਸ ਤਰ੍ਹਾਂ ਕਹਿੰਦੇ ਆ ਆਪਣੀ ਉਂਗਲ ਨਾਲ ਤੁਸੀਂ ਰੱਸੀ ਬੰਨ ਲਓ ਜਿਹੜੀ ਕਿ ਤੁਹਾਨੂੰ ਰੋਜ਼ ਦਿਸੇਗੀ ਵੀ ਜਿੰਨਾ ਚਿਰ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ, ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਕੋਈ ਵੀ ਹੱਕ ਨਹੀਂ ਮਿਲ ਸਕਦਾ। ਤੁਸੀਂ ਜਿੰਨਾ ਮਰਜ਼ੀ ਇੰਡੀਆ ਦੇ ਮੰਨ ਜਾਓ ਜੀ, ਮੈਂ ਇੰਡੀਆ ਦੀ ਅਖੰਡਤਾ 'ਚ ਬਲੀਵ ਕਰਦਾ ਜੀ, ਮੈਂ ਹਿੰਦੁਸਤਾਨ ਦੇ ਕਾਨੂੰਨ ਨੂੰ ਬਲੀਵ ਕਰਦਾ ਜੀ, ਮੈਂ ਹਿੰਦੁਸਤਾਨ ਦੀ ਟੈਰੀਟੋਰੀਅਲ ਇੰਟੈਗ੍ਰਿਟੀ 'ਚ ਬਲੀਵ ਕਰਦਾ। ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਜਿੰਨਾ ਚਿਰ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਤੁਹਾਡੇ ਹੱਕ ਨਹੀਂ ਜੇ ਮਿਲਣੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਰੋਕ ਸਕਦੀ। ਰੈਫਰੈਂਡਮ, ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇੰਟਰਨੈਸ਼ਨਲ ਕਾਨੂੰਨ ਆ ਜਿਹੜਾ ਕਿ ਲੀਗਲ, ਡੈਮੋਕ੍ਰੈਟਿਕ ਤੇ ਪੀਸਫੁਲ ਆ, ਜਿਹਨੂੰ ਅਸੀਂ ਮੰਨ ਕੇ ਆਜ਼ਾਦੀ ਲੈ ਰਹੇ ਹਾਂ। ਕਈ ਲੋਕਾਂ ਨੇ, ਕਈ ਦੇਸ਼ਾਂ ਨੇ ਆਜ਼ਾਦੀ ਲਈ ਆ ਰੈਫਰੈਂਡਮ ਕਰਕੇ, ਤੇ ਕਈ ਲੋਕ ਜਿਤਨੇ ਨੇ ਉਹਨਾਂ ਨੇ ਰੈਫਰੈਂਡਮ ਕਰਵਾਏ ਨੇ। ਕੈਨੇਡਾ ਦੇ ਵਿੱਚ 2 ਵਾਰ ਰੈਫਰੈਂਡਮ ਹੋਇਆ, ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ, ਕਿਸੇ ਨੂੰ ਯੂਆਪਾ ਥੱਲੇ ਨਹੀਂ ਅੰਦਰ ਕੀਤਾ ਗਿਆ। ਜਿਸ ਤਰ੍ਹਾਂ ਕਿ ਸਕਾਟਿਸ਼ ਲੋਕਾਂ ਨੇ ਯੂਕੇ ਤੋਂ ਵੱਖਰਾ ਹੋਣ ਵਾਸਤੇ ਰੈਫਰੈਂਡਮ ਕਰਾਇਆ, ਕਿਸੇ ਨੂੰ ਨਹੀਂ ਜੇਲ੍ਹ 'ਚ ਨਹੀਂ ਬੰਦ ਕੀਤਾ ਗਿਆ, ਕਿਸੇ ਨੂੰ ਨਹੀਂ ਡਾਂਗਾਂ ਮਾਰੀਆਂ ਗਈਆਂ, ਕਿਸੇ ਨੂੰ ਟੌਰਚਰ ਕੀਤਾ ਗਿਆ। ਤੇ ਜਦੋਂ ਅਸੀਂ ਆਪਣੇ ਹੱਕ ਮੰਗਦੇ ਹਾਂ ਤੇ ਸਾਡੇ ਤੇ ਯੂਆਪਾ ਲਾ ਕੇ ਕਈ ਸਾਲ ਤੁਹਾਨੂੰ ਅੰਦਰ ਕੀਤਾ ਜਾਂਦਾ ਵਾ, ਤੇ ਯੂ ਹੈਵ ਨੋ ਐਕਸੈਸ ਟੂ ਲਾ। ਤਾਂ ਤੁਸੀਂ ਨਾ ਕੋਰਟ ਜਾ ਸਕਦੇ ਜੇ, ਨਾ ਤੁਸੀਂ ਵਕੀਲ ਕਰ ਸਕਦੇ ਜੇ, ਨਾ ਤੁਹਾਡੀ ਕੋਈ ਸੁਣਾਈ ਆ। ਇਹ ਕੋਈ ਆਜ਼ਾਦੀ ਆ? ਇਹ ਕੋਈ ਡੈਮੋਕ੍ਰੇਸੀ ਆ? ਇਸ ਨੂੰ ਬਿਲਕੁਲ ਡੈਮੋਕ੍ਰੇਸੀ ਨਹੀਂ ਮੰਨਿਆ ਜਾ ਸਕਦਾ। ਅਸੀਂ ਕਹਿੰਦੇ ਆ ਵੀ ਜੇ ਯੂਕੇ ਸਕਾਟਸ ਦਾ ਰੈਫਰੈਂਡਮ ਕਰਾਉਂਦਾ ਵਾ, ਕੈਨੇਡਾ ਜਿਹੜਾ ਵਾ ਉਹ ਕੁਇਬੈਕ ਦਾ ਰੈਫਰੈਂਡਮ ਕਰਾਉਂਦਾ ਵਾ, ਤੇ ਇੰਡੀਆ ਨੇ 6 ਰੈਫਰੈਂਡਮ ਕਰਵਾਏ ਨੇ ਆਪਣੇ, ਤੇ ਅਸੀਂ ਵੀ ਉਹੀ ਕਾਨੂੰਨ ਯੂਜ਼ ਕਰ ਰਹੇ ਹਾਂ। 6 ਰੈਫਰੈਂਡਮਾਂ ਦਾ ਜਿਹੜਾ ਕਾਨੂੰਨ ਸੀ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਸੀ, ਜਿਨ੍ਹਾਂ ਵਿੱਚੋਂ 2 ਜਿਹੜੇ ਨੇ ਬਹੁਤ ਜ਼ਿਆਦਾ ਮਹੱਤਵਪੂਰਨ ਨੇ। ਜੂਨਾਗੜ੍ਹ ਦਾ ਰੈਫਰੈਂਡਮ 1948 'ਚ ਹੋਇਆ ਤੇ 1975 ਵਿੱਚ ਸਿੱਕਮ ਹੋਇਆ, ਜਿਹਦੇ ਵਿੱਚ ਇੰਡੀਆ ਨੇ ਇਹਨਾਂ ਇਲਾਕਿਆਂ ਨੂੰ ਆਪਣੇ ਨਾਲ ਜੋੜਿਆ। ਗੋਆ ਦਾ ਰੈਫਰੈਂਡਮ ਬੜਾ ਧਿਆਨ ਨਾਲ ਸੁਣਨ ਦੀ ਗੱਲ ਆ। ਗੋਆ ਦਾ ਰੈਫਰੈਂਡਮ ਜਦੋਂ ਹੋਇਆ ਤੇ ਉਹ ਰੈਫਰੈਂਡਮ ਇਹ ਨਹੀਂ ਸੀ ਵੀ ਉਹਨਾਂ ਨੇ ਦੇਸ਼ ਵੱਖਰਾ ਪਾਉਣਾ ਵਾ, ਉਹਨਾਂ ਇਹ ਰੈਫਰੈਂਡਮ ਸੀ ਕਿ ਗੋਆ ਦੇ ਲੋਕਾਂ ਨੇ ਇੰਡੀਪੈਂਡੈਂਟ ਰਹਿਣਾ ਵਾ ਹਿੰਦੁਸਤਾਨ ਦੇ ਵਿੱਚ, ਕਿ ਉਹਨਾਂ ਨੇ ਮਹਾਰਾਸ਼ਟਰ ਦੇ ਨਾਲ ਰਲਣਾ ਵਾ।
फिर कहते जी हिंदुस्तान का कॉन्स्टिट्यूशन जो रेफरेंडम अलाउ नहीं करता, ये बारे कुछ नहीं है, साइलेंट है, ना हाँ कहता ना कहता। फिर कहते जी जो गोवा का रेफरेंडम है इनू ओपीनियन पोल कह दो, तो ओपीनियन पोल जी हो गया, तो गोवा के लोगों ने अपना जो महाराष्ट्र नहीं रले, उन्होंने अपना यूनियन टैरीटरी बना ली। एक कोर्ट चैलेंज होया भी लोग गोवा के लोग तो डिसाइड कर ही नहीं सकते, क्योंकि इंडियन कॉन्स्टिट्यूशन साइलेंट है रेफरेंडम देते, तो कोर्ट ने डिसाइड किया भी इन्हां रेफरेंडम करने का हक आ। तो यह बड़ा इतिहासक डिसीजन सी भी जे इंडियन कॉन्स्टिट्यूशन कुछ नहीं कहता तो इंडिया ने अपने रेफरेंडम करवाए ने, तो साडा रेफरेंडम ही लीगल है। फिर तो जे इंडिया कहता जी नहीं ये साडा रेफरेंडम इलीगल है, फिर जूनागढ़ दे दो तुसीं पाकिस्तान नूं, फिर सिक्किम दे दो सिक्किम वाले नूं, पौंडीचेरी दे दो फ्रांस नूं। फिर ਜਿਹੜੇ ਸੀ ਹੋਰ ਜਿਹੜੇ ਜਾਂ ਪਖਤੂਨਖਵਾ ਜਿਹੜਾ ਸੀ ਉਹ ਸਭ ਤੋਂ ਪਹਿਲਾਂ ਜਿਹੜਾ ਰੈਫਰੈਂਡਮ ਆਇਆ 1947 ਉਹ ਰੈਫਰੈਂਡਮ ਜਿਹੜਾ ਫਿਰ ਉਹਨੂੰ ਕੈਂਸਲ ਕਰੋ ਕਿ ਇੰਡੀਆ ਆਪਣੇ ਦਾ ਰੈਫਰੈਂਡਮ ਕਰਵਾ ਲੈਂਦਾ ਵਾ, ਤੇ ਜਦੋਂ ਅਸੀਂ ਉਹ ਰੈਫਰੈਂਡਮ ਅਸੀਂ ਕਰਾਉਨੇ ਆ ਸਾਨੂੰ ਜੇਲ੍ਹਾਂ ਰੱਖਿਆ ਜਾਂਦਾ ਵਾ। ਇਹਦਾ ਮਤਲਬ ਵੀ ਤੁਹਾਨੂੰ ਗੁਲਾਮ ਰੱਖਣਾ ਉਹ ਚਾਹੁੰਦੇ ਨੇ। ਇਹ ਬਿਮਾਰੀ ਆ, ਇਹਨੂੰ ਜਿਹੜਾ ਵਾ ਐਜ਼ ਏ ਮੈਡੀਕਲ ਡਾਕਟਰ ਇਹਨੂੰ ਸਮਝਣਾ ਵੀ ਡਿਜ਼ੀਜ਼ ਕੀ ਆ, ਉਹਦਾ ਟ੍ਰੀਟਮੈਂਟ ਕੀ ਆ, ਤੇ ਉਹਦਾ ਟ੍ਰੀਟਮੈਂਟ ਦੇਣਾ ਕਿਸ ਤਰ੍ਹਾਂ ਵਾ। ਇਹ ਬਿਮਾਰੀ ਆ ਗੁਲਾਮੀ, ਪੰਜਾਬ ਉੱਤੇ ਹਿੰਦੁਸਤਾਨ ਦੀ ਗੌਰਮੈਂਟ ਦਾ ਕਬਜ਼ਾ ਵਾ, ਤੇ ਇਹਦਾ ਇਲਾਜ ਆ ਆਜ਼ਾਦੀ, ਤੇ ਆਜ਼ਾਦੀ ਲੈਣ ਦਾ ਤਰੀਕਾ ਜਿਹੜਾ ਵਾ ਉਹ ਰੈਫਰੈਂਡਮ ਆ। ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਭਾਈ ਸਾਹਿਬ ਡਾਕਟਰ ਚੀਮਾ ਨੇ ਗੱਲ ਕੀਤੀ ਆ। ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਮੇਰੇ ਬਾਰੇ ਤੁਹਾਨੂੰ ਹੋਰ ਦੱਸਣਾ ਚਾਹੁੰਦਾ। ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਉਹ ਵਾ ਜਿਹਦੇ ਵਿੱਚ ਤੁਸੀਂ ਉਸੇ ਦੇਸ਼ ਵਿੱਚ ਰਹਿ ਕੇ ਆਪਣੇ ਹੱਕ ਲੈਣਾ ਚਾਹੁੰਦੇ ਜੇ। ਅਸੀਂ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਕੋਸ਼ਿਸ਼ ਕੀਤੀ ਆ, ਅਸੀਂ ਕੋਸ਼ਿਸ਼ ਕੀਤੀ ਹੈ ਹਿੰਦੁਸਤਾਨ ਨਾਲ ਰਹਿਣ ਵਾਸਤੇ। SGPC ਸੰਜਨਾ ਸਿੰਘ ਭੰਡਾਰਾ ਨੇ ਕਈ ਉਹਨਾਂ ਨੈਗੋਸ਼ੀਏਸ਼ਨ ਕੀਤੀਆਂ, ਪਰ ਜਿਹੜੀਆਂ ਨੈਗੋਸ਼ੀਏਸ਼ਨ ਆਪਾਂ ਕੀਤੀਆਂ ਸੀ 1 ਘੰਟਾ ਕਿ ਜਦੋਂ ਉਹਨਾਂ ਦੀ ਅਨਾਉਂਸਮੈਂਟ ਹੋਣੀ ਸੀ ਉਹ ਨੱਲ ਕਰ ਦਿੱਤੀਆਂ ਜਾਂਦੀਆਂ ਸਨ। ਇੰਦਰਾ ਗਾਂਧੀ ਐਂਡ ਇੰਡੀਅਨ ਗਵਰਨਮੈਂਟ negotiated in bad faith. They negotiated intransigently. Intransigently means वक्त टपाओ। कोई नहीं जे फैसला इन्हां नाल असीं करना, असीं इन्हां नाल करना भी इन्हां ने कब्जा कितना ही लाना वा। इहो ही साडी गलबात इंडिया गवर्नमेंट नाल, होर कोई गलबात नहीं हैगी। ते तुहानूं इह गल दा पता वा भी एक्सटर्नल राइट टू सैल्फ डिटरमिनेशन ये सिर्फ इक्को हल आ कि असीं इंडिया नालों ससीड करना चाहुंदे आ। असीं अपना इलाका पंजाब दा जिहड़ा वा हिंदुस्तानों वखरा करना चाहुंदे आ। असीं नहीं चाहुंदे जां असीं नहीं कहंदे भी हिंदुस्तान की गवर्नमेंट नूं तोड़ना वा जां हिंदुस्तान के इलाके नूं तोड़ना। असीं अपना देश रीक्रिएट कर रहे हैं। We are re-establishing the sovereignty of country of Punjab, ਜਿਹੜਾ ਕਿ ਦੇਸ਼ ਸੀ ਜਿਹਨੂੰ ਕਿ ਦੇਸ਼ ਪੰਜਾਬ ਕਹਿੰਦੇ ਨੇ। ਤੇ ਜਿਹੜੇ ਰੈਫਰੈਂਡਮ ਦੇ ਜਿਹੜੇ ਕੁਆਲੀਫਿਕੇਸ਼ਨ ਆ ਅਸੀਂ 100% ਫੁਲਫਿਲ ਕਰਦੇ ਆ। ਜਿਸ ਕਿ ਤੁਹਾਡਾ ਦੇਸ਼ ਸੀ, ਜੇ ਤੁਹਾਡੇ ਦੇਸ਼ ਦੀਆਂ ਹੱਦਾਂ ਸਨ, ਤੁਹਾਡੀ ਬੋਲੀ ਇੱਕੋ ਜਿਹੀ ਆ, ਤੁਹਾਡਾ ਆਰਥਿਕ ਥ੍ਰੈਡ ਜਿਹੜਾ ਵਾ ਧਾਗਾ ਇੱਕੋ ਜਿਹਾ ਵਾ, ਔਰ ਤੁਹਾਡੇ ਦੇਸ਼ ਦੀ ਜਿਹੜੀ ਫੌਜ ਸੀ, ਤੁਹਾਡਾ ਸਿੱਕਾ ਸੀ, ਤੇ ਬਹੁਤ ਜ਼ਿਆਦਾ ਮਹੱਤਵਪੂਰਨ ਆ ਵੀ ਤੁਹਾਡੇ ਦੇਸ਼ ਦੀਆਂ ਬਾਕੀ ਦੇਸ਼ਾਂ ਨਾਲ ਸੰਧੀਆਂ ਸਨ। मैं पंजाब के लोगों को यह बेनती करनी चाहना वा, पंजाब के लोगों तुसीं 75 साल का एक्सपेरीमेंट करके वेख लिया वा, ना तो इंडियन गवर्नमेंट तुहानूं कुछ देना चाहती है, ना कोई पंजाब की गवर्नमेंट तुहानूं कुछ लिख के दे सकती है। इस करके आपां रेफरेंडम करवा के आपां आज़ाद करवावां पंजाब नूं, ताकि अपनियां आउण वालियां नस्लां दा भविख जिहड़ा वा और रोशन होवे। इस करके आओ आपां पंजाब इंडिपेंडेंट रेफरेंडम दे विच जिहड़े आ ओह आपां शामिल हो के ते पंजाब नूं आज़ाद कराइए। इन्नियां बेनतियां प्रवान करो जी। वाहिगुरू जी का खालसा, वाहिगुरू जी की फतेह।